ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੋਵਿਡ ਅਪਡੇਟ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਸੰਬੰਧਿਤ ਜਿਹੜੀ ਕੋਵਿਡ ਅਪਡੇਟ ਹੈਗੀ ਉਸ ਦੇ ਵਿੱਚ ਵਾਪਸ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜਿਹੜੀ ਕੋਵਿਡ ਨੂੰ ਲੈ ਕੇ ਹੁਣ ਦੀ ਹਾਲਾਤ ਹੈਗੇ ਜ਼ਿਲ੍ਹੇ ਦੇ ਵਿੱਚ। ਜਿਵੇਂ ਕਿ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਸੈਕੰਡ ਵੇਵ ਜ਼ਿਆਦਾ ਖਤਰਨਾਕ ਰਹੀ ਹੈਗੀ ਕੋਵਿਡ ਨੂੰ ਦੇਖਦੇ ਹੋਏ, ਤੇ ਸਾਰੇ ਹੀ ਪਾਸੇ ਇਹ ਵਰੀ ਦਾ ਫੈਕਟਰ ਹੈਗਾ। ਤੇ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਪਿਛਲੇ ਮਹੀਨੇ ਤੋਂ ਹੀ ਕਾਫੀ ਜ਼ਿਆਦਾ ਕੇਸ ਦੇ ਵਿੱਚ ਵਾਧਾ ਹੋਇਆ ਹੈਗਾ, ਜੋ ਲਗਾਤਾਰ ਵੱਧਦਾ ਜਾ ਰਿਹਾ ਹੈਗਾ। ਤੇ ਅਸੀਂ ਬਾਰ-ਬਾਰ ਲੋਕਾਂ ਤੋਂ ਅਪੀਲ ਕਰ ਰਹੇ ਨੇ ਕਿ ਜੇ ਹੁਣ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਜਿਵੇਂ ਕਿ ਸੋਸ਼ਲ ਡਿਸਟੈਂਸਿੰਗ ਔਰ ਮਾਸਕ ਦੀ ਪਾਲਣ, ਤੇ ਹੁਣ ਜਿਹੜੇ ਲੋਕਡਾਊਨ ਵੀ ਲੱਗੇ ਹੋਏ ਜਿਹੜੇ ਲੋਕਡਾਊਨ ਦੀ ਗਾਈਡਲਾਈਨਸ ਵੀ ਹੈਗੀ ਉਹਨਾਂ ਨੂੰ ਵੀ ਪੂਰੇ ਤਰੀਕੇ ਨਾਲ ਤੁਸੀਂ ਫੋਲੋ ਕਰੋ। ਜਿਵੇਂ ਕਿ ਸੈਂਪਲਾਂ ਦੀ ਗੱਲ ਕਰੀਏ ਤਾਂ 1,96,182 ਸੈਂਪਲ ਹੁਣ ਤੱਕ ਲਿੱਤੇ ਗਏ ਨੇ ਪੂਰੇ ਜ਼ਿਲ੍ਹੇ ਦੇ ਵਿੱਚ, ਜਿਸ ਦੇ ਵਿੱਚ 1,85,384 ਸੈਂਪਲ ਨੈਗੇਟਿਵ ਆਏ ਨੇ। ਪੈਂਡਿੰਗ ਸੈਂਪਲਾਂ ਦੀ ਗਿਣਤੀ 2,360 ਹੈਗੀ। ਟੋਟਲ ਪੋਜ਼ਿਟਿਵ ਜਿਹੜੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਆਏ ਨੇ ਉਹ 8,972 ਆਏ ਨੇ। ਅੱਜ ਦੀ ਡੇਟ ਵਿੱਚ 191 ਵਿਅਕਤੀ ਜਿਹੜੇ ਹੈਗੇ ਅੱਜ ਪੋਜ਼ਿਟਿਵ ਪਾਏ ਗਏ ਨੇ, ਜੋ ਬਹੁਤ ਹੀ ਜ਼ਿਆਦਾ ਵਰੀਸਮ ਦਾ ਫੈਕਟਰ ਹੈਗਾ। ਕੱਲ ਸਾਡੀ ਫਿਗਰ 71 ਸੀਗੀ, ਅੱਜ 191 ਹੈ। तो ये तुसी अंदाजा लगा ही सकते होगे कि ये राहत दी कोई घड़ी नहीं हैगी, कोई राहत दी गल नहीं हैगी। ते रोजाना ये गिनती दे विच इजाफा हो रहा हैगा। ये सही दे मायने दे विच हुण कोविड दा खतरा पहले नालों ज़्यादा वध गया है। इस करके तुहाडी ज़्यादा सजगता ते तुहानूं ज़्यादा सचेत होण दी लोड़ हैगी। ਜਿਵੇਂ ਕਿ ਅੱਜ ਕੋਰੋਨਾ ਤੋਂ ਜਿਹੜੇ ਪੇਸ਼ੈਂਟ ਸੀਗੇ, ਜਿਹੜੇ ਰਿਕਵਰੀ ਵੀ ਆਈ ਹੈਗੀ ਜਿਨ੍ਹਾਂ ਦੀ, ਉਹ ਕਰੀਬਨ 79 ਜਿਹੜੇ ਹੈਗੇ ਉਹ ਕੋਰੋਨਾ ਸਰਵਾਈਵਲਸ ਵਾਪਸ ਆਪਣੇ ਘਰ ਦੇ ਵਿੱਚ ਹੁਣ ਅੱਜ ਪਰਤੇ ਨੇ, ਜਿਸ ਦੇ ਵਿੱਚ ਟੋਟਲ ਰਿਕਵਰੀ ਦੀ ਜਿਹੜੀ ਗਿਣਤੀ ਹੈਗੀ ਉਹ 7,140 ਬਣ ਜਾਂਦੀ ਹੈਗੀ। ਐਕਟਿਵ ਕੇਸਿਸ ਜ਼ਿਲ੍ਹੇ ਦੇ ਵਿੱਚ 1,556 ਹੈਗੇ, ਤੇ ਟੋਟਲ ਡੈਥਸ ਜਿਹੜੀ ਨੇ ਉਹ ਹੁਣ ਤੱਕ ਜਿਹੜੀ ਹੈਗੀ ਅੱਜ 4 ਡੈਥਸ ਹੋਈ ਹੈਗੀ ਕੋਵਿਡ ਰਿਲੇਟਡ ਕੇਸਿਸ ਦੇ ਵਿੱਚ, ਜੋ ਕਾਫੀ ਜ਼ਿਆਦਾ ਸੈਡ ਵੀ ਹੈ, ਕਾਫੀ ਜ਼ਿਆਦਾ ਸਾਡੇ ਲਈ ਅਨਫੋਰਚੂਨੇਟ ਵੀ ਹੈ। ਕਿਉਂਕਿ ਲਗਾਤਾਰ ਸਾਡੀ ਕੋਸ਼ਿਸ਼ ਇਹੀ ਹੈਗੀ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਹ ਦੱਸਿਆ ਜਾਵੇ ਕਿ ਸਮੇਂ रहते वो कोविड का टेस्ट करान, समय रहते वो अपने सिम्टम्स ਨੂੰ ਨਜ਼ਰਅੰਦਾਜ਼ ਨਾ ਕਰਨ, ਸਮੇਂ रहते ਇਸ ਦਾ ਟ੍ਰੀਟਮੈਂਟ ਪ੍ਰਾਪਤ ਕਰਨ। ਕਿਉਂਕਿ ਕਈ ਕੇਸਿਸ ਦੇ ਵਿੱਚ ਇਹ ਵੇਖਿਆ ਜਾ ਰਿਹਾ ਹੈਗਾ ਕਿ ਸਾਡੇ ਕੋਲ ਜਿਹੜੇ 72 घंटे ਦੇ ਵਿੱਚ ਜਿਹੜਾ ਵਿਅਕਤੀ ਪਹੁੰਚਿਆ ਹੈਗਾ ਉਹਨਾਂ ਦੀ ਮੌਤ ਹੋ ਰਹੀ ਹੈਗੀ। ਉਹ ਇਸ ਕਰਕੇ ਨਹੀਂ ਹੋ ਰਹੀ ਹੈਗੀ ਕਿ ਕੋਵਿਡ ਬਹੁਤ ਜ਼ਿਆਦਾ ਜਲਦ ਛੇਤੀ ਉਹ ਵਧਿਆ ਹੈਗਾ, ਬਟ ਇਸ ਕਰਕੇ ਕਿਉਂਕਿ ਉਹਨਾਂ ਦੇ ਸਿੰਪਟਮਸ ਪਹਿਲੇ ਤੋਂ ਸੀਗੇ, ਉਹਨਾਂ ਨੇ ਸੈਂਪਲਿੰਗ ਦੇ ਵਿੱਚ ਧਿਆਨ ਨਹੀਂ ਦਿੱਤਾ, ਉਹਨਾਂ ਨੇ ਕੁਝ ਹੋਰ ਆਪਣੀ ਦਵਾਈਆਂ ਕੁਝ ਕਰਾਈ ਹੈਗੀ, ਕਿਸੇ ਆਰਐਮਪੀ ਦੇ ਕੋਲ ਜਾ ਕੇ ਇਲਾਜ ਕਰਾ ਰਹੇ ਨੇ, ਕਿਸੇ ਹੋਰ झोला छाप डॉक्टर के पास जाके इलाज करा रहे ने और अपनी जान और अपने परिवार की जान खतरे ਦੇ ਵਿੱਚ डाल रहे ने। ਇਸ ਕਰਕੇ ਅੱਜ 4 ਡੈਥਸ ਜਿਹੜੀ ਹੋਈ ਹੈਗੀ ਇਹ ਤੁਹਾਨੂੰ ਇਹ ਸਿਗਨਲ ਦੇ ਰਹੀ ਹੈਗੀ ਕਿ ਦੇਰ ਨਾ ਕਰੋ, ਜੇਕਰ ਤੁਹਾਨੂੰ ਕੋਈ ਸਿੰਪਟਮਸ ਹੈਗੇ ਜ਼ਰੂਰ ਟੈਸਟ ਕਰਾਓ। ਟੋਟਲ ਡੈਥਸ ਦੀ ਗਿਣਤੀ ਇਸੇ ਕਰਕੇ ਪੂਰੇ ਜ਼ਿਲ੍ਹੇ ਦੇ ਵਿੱਚ 276 ਹੋ ਚੁੱਕੀ ਹੈਗੀ। ਜੇਕਰ ਅੱਜ ਦੀ ਡੈਥਸ ਦੀ ਮਿਲਾ ਕੇ ਕਰੀਏ, ਅੱਜ ਦੀ ਡੈਥਸ ਦੇ ਵਿੱਚ ਇੱਕ 72 ਸਾਲ ਦੇ ਮੇਲ ਹੈਗੇ ਖਾਸਪੁਰਾ ਪਿੰਡ ਤੋਂ। ਇਹ 2 ਮਈ ਨੂੰ ਪੋਜ਼ਿਟਿਵ ਆਏ ਸੀਗੇ, ਤੇ ਤੁਰੰਤ ਇਹਨਾਂ ਦਾ ਐਡਮਿਸ਼ਨ ਅਸੀਂ ਲੈ ਲਿਆ ਸੀਗਾ ਕਿਉਂਕਿ ਇਹਨਾਂ ਨੂੰ ਸਿੰਪਟੋਮੈਟਿਕ ਕਾਫੀ ਸੀਗੇ, ਤੇ ਇਹਨਾਂ ਦੀ ਡੈਥ ਹੋਈ ਹੈਗੀ L2 DH ਰੋਪੜ ਦੇ ਵਿੱਚ ਹੀ। ਦੈਨ 60 ਸਾਲ ਦੀ ਫੀਮੇਲ ਹੈਗੀ ਟਿੱਬਾ ਨੰਗਲ ਤੋਂ, ਨੂਰਪੁਰ ਬੇਦੀ ਬਲਾਕ ਤੋਂ। ਇਹਨਾਂ ਨੂੰ ਪੋਜ਼ਿਟਿਵ ਪਾਇਆ ਗਿਆ ਸੀਗਾ 30/4 ਨੂੰ। ਇਹ ਆਲਰੇਡੀ ਰਾਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਆਪਣਾ ਇਲਾਜ ਲੈ ਰਹੀ ਸੀਗੀ। 56 ਸਾਲ ਦੇ ਇੱਕ ਮੇਲ ਹੈਗੇ ਧਨੌਲਾ ਪਿੰਡ ਤੋਂ, ਭਰਤਗੜ ਬਲਾਕ ਦੇ। ਇਹ ਵੀ 30 ਤਾਰੀਖ ਨੂੰ ਇਹਨਾਂ ਨੇ ਆਪਣਾ ਰੈਟ ਪੋਜ਼ਿਟਿਵ ਕਰਾਇਆ ਸੀਗਾ, ਮਤਲਬ ਕਿ ਸਿੰਪਟੋਮੈਟਿਕ ਪਹਿਲੇ ਤੋਂ ਹੀ ਸੀਗੇ। ਇਹਨਾਂ ਨੇ ਆ ਕੇ ਆਪਣੀ ਸੈਂਪਲਿੰਗ ਕਰਾਈ ਤੇ 1 ਤਾਰੀਖ ਨੂੰ ਇਹਨਾਂ ਦਾ ਰਾਜਿੰਦਰਾ ਹਸਪੀਟਲ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ। ਤੁਸੀਂ ਦੇਖ ਸਕਦੇ ਹੋਗੇ ਇਸ ਦਾ ਮਤਲਬ ਹੈ ਸੈਂਪਲਿੰਗ ਔਰ ਡੇਟ ਆਫ ਡੈਥਸ ਦੇ ਵਿੱਚ ਕਿੰਨਾ ਘੱਟ ਸਮੇਂ ਹੈਗਾ। ਇਹ ਕੁਝ ਨਾ ਕੁਝ ਦਰਸਾ ਰਹੀ ਹੈਗੀ ਚੀਜ਼, ਕਿਸੇ ਟ੍ਰੈਂਡ ਨੂੰ, ਕਿਸੇ ਇੱਕ ਜਿਹੜੀ ਸਾਡੀ ਅਣਗਹਿਲੀ ਹੈ ਉਸ ਨੂੰ, ਕਿ ਅਸੀਂ ਸਮੇਂ रहते ਆਪਣਾ ਇਲਾਜ ਨਹੀਂ ਕਰਵਾ ਰਹੇ ਨੇ, ਅਸੀਂ ਸਮੇਂ रहते ਆਪਣੇ ਪਰਿਵਾਰ ਵਾਲਿਆਂ ਦੀ ਸਿਹਤ ਦੇ ਪ੍ਰਤੀ ਸਜਗ ਨਹੀਂ ਹੋ ਰਹੇ ਨੇ। ਤੇ ਇੱਕ 80 ਸਾਲ ਦੇ ਮੇਲ ਵੀ ਹੈਗੇ ਜਿਹੜੇ ਕਿੜੀ ਅਫਗਾਨਾ ਪਿੰਡ ਤੋਂ ਸੀਗੇ, ਜਿਹੜੀ ਉਹਨਾਂ ਨੂੰ 21/4 ਨੂੰ
19/4 ਨੂੰ ਐਡਮਿਸ਼ਨ ਹੋਇਆ ਸੀਗਾ GMC 32 ਚੰਡੀਗੜ੍ਹ ਦੇ ਵਿੱਚ। ਇਹ ਉੱਥੇ ਇਲਾਜ ਲੈ ਰਹੇ ਸੀਗੇ, ਆਲਰੇਡੀ ਹਾਰਟ ਡਿਜ਼ੀਜ਼ ਔਰ ਲੰਗ ਡਿਜ਼ੀਜ਼ ਤੋਂ ਪੀੜਿਤ ਸੀਗੇ। ਉਹਨਾਂ ਦਾ ਵੀ ਰਿਪੋਰਟਿੰਗ ਹੋਈ ਹੈਗੀ ਕਿ ਇਹਨਾਂ ਨੂੰ ਵੀ ਅੱਜ ਕੋਵਿਡ ਕਾਰਨ ਇਹਨਾਂ ਦੀ ਮੌਤ ਹੋ ਗਈ ਹੈਗੀ। ਤੇ ਇਹ ਸਾਰੀ ਚੀਜ਼ਾਂ ਦਰਸਾ ਰਹੀ ਹੈਗੀ ਇੱਕ ਹੀ ਚੀਜ਼ ਨੂੰ, ਕਿ ਅਸੀਂ ਕਿਸੇ ਤਰੀਕੇ ਨਾਲ ਜੋ ਸਾਡੀ ਪਹਿਲੀ ਵੇਵ ਦੇ ਪ੍ਰਤੀ ਇੱਕ ਚਿੰਤਾ ਸੀਗੀ, ਸਾਡੀ ਸਜਗਤਾ ਸੀਗੀ, ਉਹ ਕਿਥੇ ਨਜ਼ਰ ਨਹੀਂ ਆ ਰਹੀ। ਹੁਣ ਵੀ ਲੋਕਡਾਊਨ ਦੇ ਬਾਵਜੂਦ ਬਾਜ਼ਾਰਾਂ ਦੇ ਵਿੱਚ ਲੋਕ ਫਲੌਕ ਕਰ ਰਹੇ ਨੇ, ਪਾਰਕਾਂ ਦੇ ਵਿੱਚ ਜਾ ਰਹੇ ਨੇ, ਹੋਰ ਆਪਣੀ ਸਾਰੀ ਗੈਰ ਜ਼ਰੂਰੀ ਵਿਜ਼ਿਟਸ ਨੂੰ ਪੋਸਟਪੋਨ ਨਹੀਂ ਕਰ ਰਹੇ ਨੇ। ਮੇਰੀ ਆਪ ਸਾਰਿਆਂ ਤੋਂ ਹੱਥ जोड़ के बेनती है, काइंडली इस चीज़ ਨੂੰ ਹਲਕੇ ਦੇ ਵਿੱਚ ਨਾ ਲੈਣ। आप उस व्यक्ति से पूछें जिन्हां दे किसी ना किसी परिवार ਦੇ ਵਿੱਚ किसी ने कोविड के कारण किसी व्यक्ति ਨੂੰ खोया है, वही परिवार आप ਨੂੰ एक अपील भी करता होएगा। वो परिवार आपको बता सकता है कि कोविड खेल की चीज़ नहीं है। कई लोग सोच रहे हैं कि जी कोविड मैनू तो नहीं होंदा क्योंकि मैनू 1 साल तो होया नहीं, तो हुण नहीं होंदा। जिन्हां नूं कोविड पहले भी हो चुकिया हैगा, उन्हां दे वास्ते भी एक खतरा उतना ही गहरा है जिन्हां नूं पहले नहीं होया सीगा उनके मुकाबले। जेकर तुहानूं पहले कोविड हो चुकिया हैगा, ये ना मानो कि तुहानूं कोविड नहीं हो सकता। सजगता ते ਜਿਹੜੀ ਸਾਡੀ ਮਾस्क लगाने की प्रवृत्ति हैगी, इसनूं ਅਸੀਂ ਕਿਸੇ ਵੀ ਤਰੀਕੇ ਨਾਲ ਖਾਰਿਜ ਨਹੀਂ ਕਰ ਸਕਦੇ। ਜੇਕਰ ਤੁਸੀਂ ਵੈਕਸੀਨ ਵੀ ਲੈ ਲਈ ਹੈਗੀ, ਬਹੁਤ ਚੰਗੀ ਗੱਲ ਹੈਗੀ ਕਿ ਤੁਸੀਂ ਵੈਕਸੀਨ ਲਿੱਤੀ ਹੈਗੀ, ਕਿਉਂਕਿ ਵੈਕਸੀਨ ਦੇ ਵਿੱਚ ਸਾਨੂੰ ਜਿਹੜਾ ਪ੍ਰਾਪਤ ਹੋ ਰਿਹਾ ਹੈਗਾ ਡੇਟਾ, ਉਸ ਦੇ ਵਿੱਚ ਸਾਡੇ ਕੋਲ ਜਿਹੜੇ ਵੀ ਵਿਅਕਤੀ ਆ ਰਹੇ ਨੇ ਜੋ ਕਾਫੀ ਕ੍ਰਿਟੀਕਲ ਸਟੇਜ ਦੇ ਵਿੱਚ ਪਹੁੰਚ ਰਹੇ ਨੇ L2 ਜਾਂ L3 ਦੇ ਵਿੱਚ, ਉਸ ਦੇ ਵਿੱਚ ਬਹੁਤ ਹੀ ਘੱਟ ਗਿਣਤੀ 0.02% ਹੈਗਾ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਾਈ ਸੀਗੀ। ਮਤਲਬ ਕਿ ਜਿਹੜੇ ਬੰਦਿਆਂ ਨੇ ਵੈਕਸੀਨੇਸ਼ਨ ਕਰਾਈ ਹੈ ਉਹ ਲੈਵਲ 2 ਦੇ ਵਿੱਚ ਨਹੀਂ ਆ ਰਹੇ, ਉਹ ਲੈਵਲ 3 ਦੇ ਵਿੱਚ ਨਹੀਂ ਆ ਰਹੇ। ਜੇਕਰ ਪੋਜ਼ਿਟਿਵ ਹੋ ਵੀ ਜਾਂਦੇ ਹਨ ਤਾਂ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਲੋਕੀ ਵੈਕਸੀਨ ਦੇ ਪ੍ਰਤੀ ਕਾਫੀ ਅਲੱਗ-ਅਲੱਗ ਗਲਤ ਅਫਵਾਹਾਂ ਫੈਲਾ ਰਹੇ ਨੇ, ਉਹ ਲੋਕਾਂ ਦੀ ਜ਼ਿੰਦਗੀ ਤੇ ਕਿਵੇਂ ਖਿਲਵਾੜ ਕਰ ਰਹੇ ਨੇ। ਤੇ ਆਪਣੇ ਪਰਿਵਾਰ ਤੇ ਆਪਣੇ ਆਪ ਦੀ ਜੇਕਰ ਤੁਸੀਂ ਜ਼ਿੰਦਗੀ कीमती समझते हो, बचाना चाहते हो, तो ये मेरी अपील है कि काइंडली वैक्सीन जरूर लगवाएं। 45 साल तो ऊपर के किसी भी व्यक्ति ਨੂੰ ਇਹ ਵੈਕਸੀਨ ਮੁਫਤ ਲੱਗਦੀ ਹੈਗੀ ਕਿਸੇ ਵੀ ਗਵਰਨਮੈਂਟ ਕੇ ਵੈਕਸੀਨ ਸੈਂਟਰਾਂ ਦੇ ਵਿੱਚ। ਅਗਲੇ ਕੁਝ ਦਿਨਾਂ ਦੇ ਵਿੱਚ ਜਿਵੇਂ ਹੀ ਸਾਡੇ ਕੋਲ ਸਟੇਟ ਗਵਰਨਮੈਂਟ ਤੋਂ ਹੋਰ ਡਾਇਰੈਕਸ਼ਨ ਪ੍ਰਾਪਤ ਹੋਣਗੀਆਂ, ਅਸੀਂ 18 ਸਾਲ ਤੋਂ ਉੱਪਰ ਵਾਲੇ ਵੀ ਰਜਿਸਟ੍ਰੇਸ਼ਨ ਜਿਹੜੇ 18 ਸੇ 45 ਸਾਲ ਦੇ ਵਿਅਕਤੀ ਨੇ ਉਹਨਾਂ ਦੀ ਵੀ ਫ੍ਰੀ ਵੈਕਸੀਨੇਸ਼ਨ ਕਰਵਾਵਾਂਗੇ, ਜਿਵੇਂ ਜਿਵੇਂ ਸਾਡੀ ਸਪਲਾਈ ਸਟਾਕ ਦੇ ਵਿੱਚ ਆਈ ਜਾਂਦੀ ਰਹਿੰਦੀ ਹੈਗੀ। ਲੇਕਿਨ ਤੁਸੀਂ ਇਸ ਚੀਜ਼ ਜ਼ਰੂਰ ਧਿਆਨ ਦਿਓ ਕਿ ਜੇਕਰ ਤੁਸੀਂ ਵੈਕਸੀਨ ਲਗਵਾਈ ਹੈ ਤਾਂ ਸਜਗ ਰਹੋ, ਸਚੇਤ ਰਹੋ। ਜੇਕਰ ਤੁਸੀਂ ਵੈਕਸੀਨ ਨਹੀਂ ਲਗਵਾਈ ਹੈਗੀ ਤੇ ਨॉन ਐਸੈਂਸ਼ੀਅਲ ਟਰੈਵਲ ਬਿਲਕੁਲ ਬੰਦ ਕਰੋ, ਨॉन ਐਸੈਂਸ਼ੀਅਲ ਵਰਕ ਬਿਲਕੁਲ ਪੋਸਟਪੋਨ ਕਰੋ, ਕਿਉਂਕਿ ਇਹ ਜਿਹੜੇ 2 ਹਫ਼ਤੇ ਹੈਗੇ ਜੇਕਰ ਇਸ ਦੇ ਵਿੱਚ ਅਸੀਂ ਇਹ ਕੋਵਿਡ ਕੀ ਚੇਨ ਤੋੜ ਸਕਦੇ ਨੇ, ਤਾਂ ਹੀ ਕਰਕੇ ਇਹ ਜਿਹੜਾ ਗ੍ਰਾਫ ਹੈਗਾ ਜੋ ਲਗਾਤਾਰ ਉੱਪਰ ਕੀ ਤਰਫ ਵਧ ਰਿਹਾ ਹੈਗਾ, ਤਾਂ ਹੀ ਕਰਕੇ ਇਹ ਗ੍ਰਾਫ ਜਿਹੜਾ ਹੈਗਾ ਤਦ ਇਹ ਗ੍ਰਾਫ ਥੱਲੇ ਆਊਗਾ। ਇਸ ਤੋਂ ਇਲਾਵਾ ਗੱਲ ਕਰੀਏ ਨੰਬਰ ਆਫ ਕੇसेस की, तो 104 केसेस सिर्फ रूपनगर एरिया तो आए हैं आज, 33 केसेस नंगल तो, 32 केसेस श्रीरामपुर साहब तो, 11 मोरिंडा तो 11 श्री कमचक कौर साहब तो। तो ये मेरी उन लोगों से बेनती है स्पैशली ਜਿਹੜੇ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਰਹਿ ਰਹੇ ਨੇ, ਕਿਉਂਕਿ ਸਾਡੇ ਕੋਲ ਇਸ ਵੇਲੇ 11 ਮਾਈਕਰੋ ਕੰਟੇਨਮੈਂਟ ਜ਼ੋਨ ਹੈ ਪੂਰੇ ਜ਼ਿਲ੍ਹੇ ਦੇ ਵਿੱਚ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, इसका मतलब है कि ਕਲਸਟਰਸ ਹੋ ਰਹੇ ਹੈਗੇ ਕੇसेस ਦੇ ਵਿੱਚੋਂ, ਜਿਵੇਂ ਕਿ ਇੰਦਰਾ ਨਗਰ ਨੰਗਲ, ਵਾਰਡ ਨੰਬਰ 15 ਸ਼ੂਗਰ ਮਿਲ ਮੋਰਿੰਡਾ, ਮਾਧਵਪੁਰ ਨੂਰਪੁਰ ਬੇਦੀ ਦੇ ਵਿੱਚ ਪਿੰਡ ਵਿੱਚ, ਕੰਗ ਸਿਟੀ ਰੋਪੜ, ਵਾਰਡ ਨੰਬਰ 4 ਮੋਰਿੰਡਾ, ਗੁਰੂ ਨਗਰ ਰੋਪੜ, ਪੁਰਾਣਾ ਗੁਰਦੁਆਰਾ ਏਰੀਆ ਨੰਗਲ, ਹਰਗੋਬਿੰਦ ਨਗਰ ਰੋਪੜ, ਗਿਆਨੀ ਜੈਲ ਸਿੰਘ ਨਗਰ, बैक साइड ऑफ सांगा हॉस्पिटल रोपड़, मियापुर पिंड कीरतपुर साहब ब्लॉक तो ते दशमेश नगर रोपड़। इन्हां दे विचों कुछ एरिया हैंगे जो पहले भी माइक्रो कंटेनमेंट जोन या कंटेनमेंट जोन बनाए गए सीगे, लेकिन लोगों की लापरवाही करके बार बार इत्थे केसेस दे क्लस्टर्स फाइंड सानू हो रहे ने, बार बार ऐसे क्लस्टर्स उत्थे देखने दे विच आ रहा हैगा। आप सारिਆਂ ਤੋਂ ਪਲੀਜ਼ ਕਾਈਂਡਲੀ ਜੇਕਰ ਤੁਸੀਂ ਇਨ ਸਾਰੇ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਰਹਿ ਰਹੇ ਹੋ, ਕਾਈਂਡਲੀ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਜਿਹੜੀ ਹਿਦਾਇਤਾਂ ਲੱਗੀਆਂ ਹੋਈਆਂ ਹੈਗੀ, ਪਾਬੰਦੀਆਂ ਲੱਗੀਆਂ ਹੋਈਆਂ, ਉਸका सख्ती ਨਾਲ ਪਾਲਣ ਕਰੀਏ,
क्योंकि ये पालन सिर्फ ਤੁਹਾਡੀ ਜਾਨ ਹੀ ਨਹੀਂ ਤੁਹਾਡੇ ਪਰਿਵਾਰ ਦੀ ਜਾਨ ਵੀ ਬਚਾ ਸਕਦਾ ਹੈਗਾ। ਸੈਂਪਲਿੰਗ ਦੇ ਕੋਲ ਦੇ ਲਈ ਜਿਹੜੀ ਮੈਡੀਕਲ ਟੀਮ ਆਂਦੀ ਹੈਗੀ ਉਸ ਨੂੰ ਜ਼ਰੂਰ ਸੈਂਪਲ ਦਿਓ, ਕਿਉਂਕਿ ਜਦ ਤੱਕ 100% ਸੈਂਪਲਿੰਗ ਨਹੀਂ ਹੁੰਦੀ ਅਸੀਂ ਇਹ ਮਾਈਕਰੋ ਕੰਟੇਨਮੈਂਟ ਜ਼ੋਨ ਨਹੀਂ ਖੋਲ ਸਕਦੇ। ਅਸੀਂ ਇਸ ਦੇ ਵਿੱਚ ਕੋਈ ਢਿਲਾਈ ਨਹੀਂ ਕਰਨੀ ਹੈਗੀ, ਕਿਉਂਕਿ ਜੇਕਰ ਅਸੀਂ ਢਿਲਾਈ ਕੀਤੀ ਤਾਂ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਦੀ ਜ਼ਿੰਮੇਵਾਰੀ ਵੀ ਸਾਡੇ ਉੱਪਰ ਆਂਦੀ ਹੈਗੀ। ਇਸ ਕਰਕੇ ਤੁਹਾਡੇ ਸਾਥ ਦੀ ਲੋੜ ਹੈਗੀ, ਤੁਹਾਡੇ ਸਹਿਯੋਗ ਦੀ ਲੋੜ ਹੈਗੀ। ਤੁਹਾਡਾ ਸਹਿਯੋਗ ਰਹੂਗਾ ਤਾਂ ਮੈਨੂੰ ਲੱਗਦਾ ਹੈਗਾ ਕਿ ਰੋਪੜ ਜ਼ਿਲ੍ਹੇ ਦੇ ਵਿੱਚ ਕੇਸਿਸ ਦੀ ਗਿਣਤੀ ਦੇ ਵਿੱਚ ਜਿਹੜਾ ਇਜ਼ਾਫਾ ਹੋ ਰਿਹਾ ਹੈਗਾ ਉਸ ਨੂੰ ਠੱਲ ਪਾਉਣ ਵਾਸਤੇ, ਉਸ ਨੂੰ ਨੀਚੇ ਲਾਉਣ ਵਾਸਤੇ ਸਾਨੂੰ ਬਹੁਤ ਵੱਡਾ ਯੋਗਦਾਨ ਮਿਲੂਗਾ। L1 ਦੇ ਵਿੱਚ ਗੱਲ ਕਰੀਏ ਤਾਂ 6 ਕੇਸਿਸ ਹੈਗੇ ਜਿਹੜੇ L1 ਦੇ ਵਿੱਚ ਆਪਣਾ ਇਲਾਜ ਲੈ ਰਹੇ ਨੇ। L2 ਫੈਸਿਲਿਟੀ ਦੇ ਵਿੱਚ 96 ਕੇਸਿਸ ਨੇ, L3 ਦੇ ਵਿੱਚ 9। ਹੋਮ ਆइसोलेशन ਦੇ ਵਿੱਚ आज की डेट में 901 केसेस ने, ਜਿਹੜੇ 901 पेशेंट्स ने कोविड पेशेंट्स। अनट्रेसेबल 35 हैंगे। स्टिल एलोकेशन जो आज दी आई है उसके 35 हैंगे। कुल मिला के ये 1082 केसेस ਦੀ ਐਲੋਕੇਸ਼ਨ ਜਿਹੜੀ ਹੈਗੀ ਮੈਂ ਤੁਹਾਨੂੰ ਦੱਸੀ ਹੈਗੀ। ਇਸ ਤੋਂ ਇਲਾਵਾ ਕਿਊਮੂਲੇਟਿਵ ਜੇਕਰ ਡੈਥ ਰੇਟ ਦੀ ਗੱਲ ਕਰੀਏ, ਡੈਥ ਰੇਟ ਦੇ ਵਿੱਚ ਥੋੜਾ ਜਿਹਾ ਘਟ ਪਿਆ ਹੈਗਾ ਅਗਰ ਜੇਕਰ ਵੀਕ ਟੂ ਵੀਕ ਦੀ ਗੱਲ ਕਰੀਏ, ਲੇਕਿਨ ਫਿਰ ਵੀ ਅਸੀਂ ਆਰਾਮ ਨਾਲ ਨਹੀਂ ਬਹਿ ਸਕਦੇ। ਜਿਵੇਂ ਕਿ ਅੱਜ ਹੀ 4 ਮੌਤਾਂ ਸਾਨੂੰ ਰਿਪੋਰਟ ਹੋਈ ਹੈਗੀ, ਅਸੀਂ ਬਿਲਕੁਲ ਵੀ ਆਰਾਮ ਨਾਲ ਇਸ ਚੀਜ਼ ਨੂੰ ਨਹੀਂ ਦੇਖ ਸਕਦੇ। ਤੇ ਰਿਕਵਰੀ ਰੇਟ ਵੀ ਘਟਿਆ ਹੈਗਾ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਜ਼ਿਆਦਾਤਰ ਕੇਸਿਸ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਰਿਹਾ। ਪੋਜ਼ਿਟਿਵਿਟੀ ਰੇਟ ਵੱਧ ਕੇ 4% ਹੋ ਚੁੱਕਿਆ ਹੈਗਾ। ਵੀਕ ਟੂ ਵੀਕ ਬੇਸਿਸ ਦੇ ਵਿੱਚ ਦੇਖੀਏ ਤਾਂ 10% ਸੇ ਜ਼ਿਆਦਾ ਪੋਜ਼ਿਟਿਵਿਟੀ ਰੇਟ ਰੋਪੜ ਜ਼ਿਲ੍ਹੇ ਦੇ ਵਿੱਚ ਦਿਖਾਈ ਦੇ ਰਹੀ ਹੈਗੀ। ਜਿਵੇਂ ਕਿ ਲੋਕਡਾਊਨ ਦੀ ਗੱਲ ਕਰੀਏ ਤੇ ਲੋਕਡਾਊਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਸ਼ਾਮ 6 ਵਜੇ ਸੇ ਲੈ ਕੇ ਸਵੇਰੇ 5 ਵਜੇ ਤੱਕ ਇਹ ਗਾਈਡਲਾਈਨਸ ਹੈਗੀ ਜਿਹੜੀ ਲੋਕਡਾਊਨ ਦੀ ਰਹੇਗੀ। ਕੁਝ ਐਸੈਂਸ਼ੀਅਲ ਆਈਟਮਸ ਦੀ ਸ਼ਾਪਸ ਨੂੰ ਹੀ ਪ੍ਰਵਾਨਗੀ ਹੈ, ਸਪੇਅਰ ਪਾਰਟਸ ਦੀ ਸ਼ਾਪਸ ਨੂੰ, ਪੋਲਟਰੀ ਨੂੰ, ਮਿਲਕ ਡੇਅਰੀਜ਼ ਨੂੰ। ਇਸ ਤੋਂ ਇਲਾਵਾ ਟੂਲਸ ਨੂੰ, ਟੂਲ ਇੰਡਸਟਰੀ ਨੂੰ, ਇੰਡਸਟਰੀ ਜਿਹੜੀ ਹੈਗੀ ਉਹਨਾਂ ਦੇ ਵੀ ਐਸੈਂਸ਼ੀਅਲ ਦੇ ਵਿੱਚ ਹੀ ਮਾਣਿਆ ਗਿਆ ਹੈਗਾ। ਲਿਕਰ ਵੈਂਡਸ ਨੂੰ ਤੇ ਕੁਝ ਹੋਰ ਦੁਕਾਨੇ ਜਿਹੜੀ ਹੈਗੀ ਉਹਨਾਂ ਨੂੰ ਕੈਟੇਗਰਾਈਜ਼ ਕੀਤਾ ਗਿਆ ਹੈਗਾ ਕਿ ਜਿਹੜੀ ਐਸੈਂਸ਼ੀਅਲ ਤੋਂ ਇਲਾਵਾ ਖੁੱਲੀ ਰਹਿਣਗੀਆਂ। ਲੇਕਿਨ ਇਹਨਾਂ ਨੂੰ ਵੀ ਸਖਤੀ ਨਾਲ ਇਹ ਪਾਲਣ ਕਰਨਾ ਹੈਗਾ ਕਿ ਐਸੈਂਸ਼ੀਅਲ ਆਈਟਮਸ ਦੀ ਦੁਕਾਨ ਵੀ ਕਰਾਊਡਿੰਗ ਨਾ ਕਰਨ, ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ, ਕਿਸੇ ਵੀ ਐਸੇ ਵਿਅਕਤੀ ਨੂੰ ਕੋਈ ਸਮਾਨ ਨਾ ਦੇਣ ਜਿਸਨੇ ਮਾਸਕ ਨਾ ਡਾਲ ਰੱਖਿਆ ਹੋਏ। ਤੇ ਜਿਹੜਾ ਕਰੰਸੀ ਹੈ ਮਤਲਬ ਰੁਪਏ ਦੇ ਆਦਾਨ ਪ੍ਰਦਾਨ ਦੇ ਵਿੱਚ ਵੀ ਪੂਰੇ ਤਰੀਕੇ ਨਾਲ ਗਲਵਸ ਪਹਿਨ ਕੇ ਸੈਨੀਟਾਈਜ਼ ਕਰਕੇ ਹੀ ਲੈਣ, ਤਾਂ ਕਿ ਕहीं ਨਾ ਕहीं ਆਪ ਸੁਪਰ ਸਪਰੈਡਰ ਨਾ ਬਣ ਜਾਓ। ਅਸੀਂ ਅੱਜ ਮੰਡੀਆਂ ਦੇ ਵਿੱਚ ਪ੍ਰਾਇੋਰਟੀ ਦੇ ਬੇਸਿਸ ਦੇ ਉੱਪਰ ਸਾਰੇ ਜਿਹੜੇ ਸਬਜ਼ੀ ਦੇ ਵਿਕਰੇਤਾ ਨੇ, ਸਾਰੇ ਜਿਹੜੇ ਵੈਜੀਟੇਬਲ ਵੈਂਡਰਸ ਨੇ, ਉਹਨਾਂ ਦੀ ਅੱਜ ਸੈਂਪਲਿੰਗ ਅਸੀਂ ਕਰਵਾਈ ਹੈਗੀ। ਕੁਝ ਏਰੀਆਜ਼ ਦੀ ਸੈਂਪਲਿੰਗ ਦੇ ਵਿੱਚ ਇਹ ਵੀ ਵੇਖਿਆ ਗਿਆ ਹੈਗਾ ਕਿ ਵੈਜੀਟੇਬਲ ਵੈਂਡਰਸ ਦੇ ਵਿੱਚ ਵੀ ਪੋਜ਼ਿਟਿਵਿਟੀ ਕੇਸਿਸ ਹਨ। ਜਿਵੇਂ ਕਿ ਅੱਜ ਰੋਪੜ ਸਿਟੀ ਦੇ ਏਰੀਆ ਦੇ ਵਿੱਚ ਵੀ 3 ਵੈਜੀਟੇਬਲ ਵੈਂਡਰਸ ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਜੇਕਰ ਤੁਸੀਂ ਕਿਸੇ ਵੀ हॉकर या किसी भी तरीके नाल किसी तो कोई खरीद फरोख्त कर रहे हो, काइंड इस चीज़ का ध्यान रखो कि जेकर तुसी पैसे दे रहे हो उन्होंने, जो समान ले रहे हो वो भी पूरा एहतियात तो लिया गया हो, मास्क की वरतों जरूर की होए। ते जेकर तुसी बाहरों घर दे विच पहुंच रहे हो तो बाहर दे विच ही एक अपना डस्टबिन लगाइए जहाँ पे अपने मास्क उतार के आप डाल सकें। अंदर घर दे विच ना ले जाएं, जूतों को बाहर रखें। हो सके तो घर के बाहर किसी कमरे में ही अपने कपड़े बदलें, अपने आप को पूरी अच्छी तरीके से साफ करें, उसके बाद ही घर के और लोगों से मिलें। क्योंकि जड़ा व्यक्ति घर से बाहर जा रहा है वो आपके बुजुर्गों के लिए, आपके बच्चों के लिए भी एक कैरियर साबित हो सकता है। मैं भी ये चीज़ अपने घर के लिए फॉलो कर रही हूँ। मेरी आपसे भी गुजारिश है कि आप भी ये फॉलो करें। और मैनू ये आस है कि जिवें कि पिछले साल रोपड़ के बड़े ही सूझवान, बड़े ही समझदार लोगों ने सहयोग करके साड़ी फर्स्ट वीक ਦੇ ਵਿੱਚ ਸਾਡਾ ਸਹਿਯੋਗ ਕੀਤਾ ਸੀਗਾ। ਫਰਸਟ ਵੀਕ ਦੇ ਵਿੱਚ ਢਲਾਨ ਦੇ ਵਿੱਚ ਲਾਣ ਦੇ ਵਿੱਚ ਯੋਗਦਾਨ ਦਿੱਤਾ ਸੀਗਾ। ਇਸੇ ਤਰੀਕੇ ਨਾਲ ਇਸ ਵਾਰ ਵੀ ਰੋਪੜ के ਜਿਹੜੇ ਜ਼ਿਲ੍ਹਾ ਵਾਸੀ ਨੇ ਉਹ ਸਾਨੂੰ ਇਹ ਪੂਰਾ ਸਹਿਯੋਗ ਦੇਣਗੇ। ਤੇ ਰੈਸਟ ਅਸ਼ੋਰਡ ਹੈ ਕਿ आज तक ਜਿਵੇਂ ਕਿ लगभग 60,000 लोगों ने वैक्सीन ले चुके ने जो इस जिले ਦੇ ਵਿੱਚ ਹੈਗੇ। 50,000 फर्स्ट डोज ले चुके ने, 8,000 के लगभग सैकेंड डोज ले चुके ने। तो आपनू भी मैं प्रेरित करांगी कि तुसी जाके जरूर वैक्सीन लगवाओ। वैक्सीन मुफ्त मिल रही हैगी सारे गवर्नमेंट सेंटरां दे उपर। ते अज असी ऑक्सीजन दे
किल्लत ਨੂੰ ਲੈ ਕੇ ਵੀ ਕਮੇਟੀ ਬਣਾਈ ਹੈਗੀ, ਜੋ ਕਮੇਟੀ ਡਿਸਾਈਡ ਕਰਦੀ ਹੈਗੀ ਕਿ ਕਿਸੇ ਕਿਹੜੇ ਪ੍ਰਾਈਵੇਟ ਹਸਪੀਟਲ ਨੂੰ, ਕਿਉਂਕਿ ਸਾਡੀ ਸਪਲਾਈ ਵੀ ਰਿਸਟ੍ਰਿਕਟਡ ਹੈ, ਸਾਡੀ ਸਪਲਾਈ ਵੀ ਡਿਸਟ੍ਰਿਕਟ ਐਲੋਕੇਸ਼ਨ ਦੇ ਵਿੱਚ ਹੈਗਾ, तो इस करके ਅਸੀਂ ਜ਼ਾਇਆ ਨਹੀਂ ਕਰ ਸਕਦੇ, ਅਸੀਂ ਹੋਰਡਿੰਗ ਨਹੀਂ ਕਰ ਸਕਦੇ। ਮੇਰੀ ਆਪ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਦੇਖਣ ਦੇ ਵਿੱਚ ਆਇਆ ਹੈਗਾ ਕਿ ਲੋਕ ਬਿਨਾਂ ਕਾਰਨ ਕਰਕੇ, ਬਿਨਾਂ ਐਮਰਜੈਂਸੀ ਯੂਜ਼ ਕਰਕੇ ਵੀ ਹੋਰਡਿੰਗ ਕਰ ਰਹੇ ਨੇ ਆक्सीजन सिलेंडਰਾਂ ਦੀ, ਦਵਾਈਆਂ ਦੀ। काइंडली ना करें। आपके इस होर्डिंग से हो सकता है जिस व्यक्ति को, जिस मरीज ਨੂੰ एक्चुअल इस चीज ਦੀ ਲੋੜ ਹੈਗੀ, ਉਸ ਨੂੰ ਅਸੀਂ ਨਾ ਦਿਵਾ ਪਾਈਏ। ਇਸ ਕਰਕੇ ਅੱਜ CSR ਰਾਹੀਂ ਅੰਬੂਜਾ ਫੈਕਟਰੀ ਤੋਂ ਵੀ ਸਾਨੂੰ ਇੱਕ ਬਹੁਤ ਹੀ ਅੱਛੀ ਖਬਰ ਪ੍ਰਾਪਤ ਹੋਈ ਹੈਗੀ ਕਿ ਉਹਨਾਂ ਨੇ ਸਾਨੂੰ ਸਹਿਯੋਗ ਕਰਨ ਦੇ ਵਿੱਚ ਅੱਗੇ ਹੱਥ बढ़ाया ਹੈਗਾ ਕਿ ਸਾਡੇ ਡਿਸਟ੍ਰਿਕਟ ਹਸਪੀਟਲ ਰੋਪੜ ਦੇ ਵਿੱਚ ਇੱਕ ਆਕਸੀਜਨ PAC ਪਲਾਂਟ ਜਿਹੜਾ ਲਗਭਗ 40 ਸੇ 50 ਸਿਲੰਡਰ ਦੀ ਪਰ ਡੇ ਦੀ ਕੈਪੈਸਿਟੀ ਹੋਏਗੀ, ਉਸ ਨੂੰ ਲਗਾਉਣ ਵਾਸਤੇ ਅੱਜ ਉਹਨਾਂ ਨੇ ਆਰਡਰ ਪਲੇਸ ਕੀਤਾ ਹੈਗਾ ਸਾਡੇ ਲਈ। ਤੇ ਸੈਕੰਡ ਅਸੀਂ SDS ਨੰਗਲ ਦੇ ਵਿੱਚ ਵੀ ਦੇਖ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਕਿ ਉੱਥੇ ਵੀ ਜੇਕਰ ਇਸ ਤਰ੍ਹਾਂ ਦਾ ਕੋਈ ਆਕਸੀਜਨ PAC ਪਲਾਂਟ ਲੱਗ ਜਾਏ ਤਾਂ ਕਿ ਰੋਪੜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਕੇ ਮਰੀਜ਼ਾਂ ਨੂੰ ਅਸੀਂ ਪੂਰੇ ਤਰੀਕੇ ਨਾਲ ਕੇਟਰ ਕਰ ਪਾਏ। ਕੋਵਿਡ ਹੋਵੇ ਜਾਂ ਕੋਵਿਡ ਨਾ ਹੋਏ, ਅਸੀਂ ਪੂਰੀ ਹੈਲਥ ਸਰਵਿਸਿਜ਼ ਨੂੰ ਤੁਹਾਡੀ ਸਿਹਤ ਵਾਸਤੇ, ਤੁਹਾਡੀ ਸਿਹਤ की देखभाल वास्ते यूज करना चाहते हैं। तो आपसे बस सिर्फ एक अपील है, सोशल डिस्टेंसिंग बनाए रखिए, कर्फ्यू की गाइडलाइंस की पालना करिए, तो मास्क जरूर लगा के रखिए। जेकर तुसी इतना ही काम मेरे लिए कर दो तो मेरे साथ ਜਿਹੜੀ भी कोविड टीम पूरी ਜ਼ਿਲ੍ਹੇ ਦੀ, ਜਿਵੇਂ ਪੁਲਿਸ ਹੈ, ਜਿਵੇਂ ਸਾਡੇ ਡਾਕਟਰਸ, ਨਰਸਿਸ, ਸੈਨੀਟੇਸ਼ਨ ਸਟਾਫ, ਸਾਡਾ ਫੀਲਡ ਸਟਾਫ, ਸਾਡੇ SDM ਦਫ਼ਤਰ ਦੇ ਸਟਾਫ, ਸਾਰੇ ਲੋਕ ਤੁਹਾਡੇ ਲਈ ਦਿਨ ਰਾਤ ਜੁਟੇ ਹੋਏ ਨੇ ਕਿ ਜਿਹੜੇ ਤੁਹਾਨੂੰ ਵੱਧ ਤੋਂ ਵੱਧ ਅਸੀਂ ਸਹੂਲੀਅਤ ਪ੍ਰੋਵਾਈਡ ਕਰਵਾ ਸਕੀਏ। ਇਹਨਾਂ ਦੇ ਵਾਸਤੇ ਜੇਕਰ ਤੁਸੀਂ ਕੁਝ ਵੀ ਮਨ ਦੇ ਵਿੱਚ ਥੋੜਾ ਵੀ ਐਪਰੀਸ਼ੀਏਸ਼ਨ ਤੁਹਾਨੂੰ ਲੱਗਦਾ ਹੈਗਾ ਕਿ ਐਪਰੀਸ਼ੀਏਟਿੰਗ ਵਰਕ ਇਹਨਾਂ ਨੇ ਕੀਤਾ ਹੈਗਾ, ਉਹਨਾਂ ਦੇ ਵਾਸਤੇ ਜ਼ਰੂਰ ਮਾਸਕ ਪਾਓ, सोशल डिस्टेंसिंग ਦਾ ਜ਼ਰੂਰ ਧਿਆਨ ਰੱਖੋ। ਤੇ अगले बुधवार फिर वापस मैं शाम 5 बजे तक आपको डिस्ट्रिक्ट की पूरी जड़ा ब्यूरो हैगा वो मैं देवांगी। लेकिन मेरी आप सारे तो फिर वापस हाथ जोड़ के बेनती है, वैक्सीन जरूर लगवाएं, ते साथ ही सोशल डिस्टेंसिंग और मास्क का पालन जरूर करिए। हम अपनी सेफ्टी के लिए घर नहीं बैठ सकते, आपके लिए काइंडली आप घर रहें हमारी सेफ्टी के लिए। थैंक यू।